ਦੋਸਤੋ ਸਵਾਗਤ ਹੈ ਸਾਰਿਆਂ ਦਾ ਸਟੱਡੀ ਫਾਈਟਰ ਦੇ ਵਿੱਚ। ਅੱਜ ਅਸੀਂ ਫਸਟ ਫੇਸ ਸਕੈਮਿੰਗ ਵੀਡੀਓ ਲੈ ਕੇ ਪੇਸ਼ ਹੋਏ ਹਾਂ ਸਟੱਡੀ ਫਾਈਟਰ ਦੇ ਉੱਤੇ। ਫਸਟ ਫੇਸ ਸਕੈਮਿੰਗ ਵੀਡੀਓ ਇਹ ਇਸ ਤੋਂ ਪਹਿਲਾਂ ਵਾਲੀਆਂ ਜੋ ਵੀਡੀਓ ਸੀ ਜ਼ਿਆਦਾਤਰ ਉਹ ਰਿਕਾਰਡਡ ਸੀ ਸਕਰੀਨ ਦੇ ਉੱਤੋਂ ਹੀ। ਸੋ ਅੱਜ ਅਸੀਂ ਨੇ ਸੋਚਿਆ ਕਿ ਅੱਜ ਅਸੀਂ ਪੈਟਰਨ ਜੋ ਕੰਪਲੀਸ਼ਨ ਦਾ ਟੌਪਿਕ ਹੈ ਇਹ ਵਾਈਟ ਬੋਰਡ ਦੇ ਉੱਤੇ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਾਂਗੇ। ਸੋ ਅਸੀਂ ਇਹ ਇੱਕ ਨਵੀਂ ਸ਼ੁਰੂਆਤ ਕਹਿ ਲਓ ਇਸ ਚੈਨਲ ਦੇ ਉੱਤੇ ਕੀਤੀ ਹੈ। ਜਿਵੇਂ ਕਿ ਇਸ ਰੀਜ਼ਨਿੰਗ ਦੇ ਇਸ ਟੌਪਿਕ ਦੇ ਨਾਮ ਤੋਂ ਹੀ ਸਾਨੂੰ ਕਲੀਅਰ ਹੋ ਰਿਹਾ ਕਿ ਪੈਟਰਨ ਕੰਪਲੀਸ਼ਨ ਭਾਵ ਜੋ ਨਮੂਨਾ ਹੈ ਉਸ ਨੂੰ ਅਸੀਂ ਨੇ ਪੂਰਾ ਕਰਨਾ ਹੈ। ਤਾਂ ਇਸ ਤਰੀਕੇ ਨਾਲ ਇਹ ਟੌਪਿਕ ਹੈ ਵੀ ਬੜਾ ਈਜ਼ੀ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਨਸੈਪਟ ਸਮਝਾਂਗੇ ਜੋ ਬੇਸਿਕ ਹੈ ਕਿ ਕਿਸ ਤਰੀਕੇ ਨਾਲ ਕਿਹੜੀਆਂ ਗੱਲਾਂ ਤੁਸੀਂ ਧਿਆਨ ਰੱਖਣਾ ਹੁੰਦਾ। ਉਸ ਤੋਂ ਬਾਅਦ ਇਹਦੇ ਨਾਲ ਰਿਲੇਟਡ ਅਸੀਂ ਕੁਝ ਸਵਾਲ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਵੇਂ ਪੇਪਰ ਦੇ ਲੈਵਲ ਦਾ ਠੀਕ ਹੈ, ਪੇਪਰ ਦੇ ਵਿੱਚ ਜਿਸ ਤਰੀਕੇ ਨਾਲ ਆਪਸ਼ਨ ਦਿੱਤੀਆਂ ਹੋਣਗੀਆਂ, ਵਿਕਲਪਸ ਦਿੱਤੇ ਹੋਣਗੇ, ਉਹਦੇ ਅਕੋਰਡਿੰਗ ਵੀ ਅਸੀਂ ਕੁਝ ਰਿਕਾਰਡਡ ਵੀਡੀਓਜ਼ ਤੋਂ ਰਿਵੀਜ਼ਨ ਕਰ ਲਵਾਂਗੇ। ਸੋ ਅੱਜ ਅਸੀਂ ਕੀ ਕਰਨਾ ਹੈ, ਓਨਲੀ ਬੇਸਿਕ ਸਮਝਣਾ ਕਿ ਕਿਸ ਤਰ੍ਹਾਂ ਤੁਸੀਂ ਕੰਪਲੀਟ ਕਰਨਾ ਹੁੰਦਾ ਇਸ ਪੈਟਰਨ ਨੂੰ। ਸੋ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਸਮਝੋ ਕਿ ਸਾਨੂੰ ਇੱਕ ਪੈਟਰਨ ਦਿੱਤਾ ਹੋ ਸਕਦਾ ਹੈ। ਇਹ ਪੈਟਰਨ ਨੂੰ 4 ਭਾਗਾਂ ਦੇ ਵਿੱਚ ਵੰਡਦੇ ਹੁੰਦੇ ਨੇ ਜ਼ਿਆਦਾਤਰ। ਜਦ ਅਸੀਂ ਸਵਾਲ ਦੇਖਦੇ ਹਾਂ ਤੇ ਜ਼ਿਆਦਾਤਰ ਇਹ ਇੱਕ ਪੈਟਰਨ ਦੇ ਕੇ ਇਸ ਤਰੀਕੇ ਨਾਲ ਉਸ ਨੂੰ 4 ਭਾਗਾਂ ਦੇ ਵਿੱਚ ਵੰਡ ਲੈਂਦੇ ਨੇ। ਉਸ ਤੋਂ ਬਾਅਦ ਇਹਦੇ 3 ਭਾਗ, ਕੋਈ ਵੀ 3 ਭਾਗ ਸਾਨੂੰ ਫਿਲ ਕਰ ਦਿੰਦੇ ਨੇ ਅਤੇ ਜਿਹੜਾ 4th ਪਾਰਟ ਹੁੰਦਾ 1/4 ਹੁੰਦਾ ਉਸ ਨੂੰ ਅਸੀਂ ਨੇ ਕੰਪਲੀਟ ਕਰਨਾ ਹੁੰਦਾ। ਠੀਕ ਹੈ, ਜਿਵੇਂ ਕਿ ਦੇਖੋ ਸਮਝੋ ਬੜਾ ਸਭ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਬੇਸਿਕ ਤੋਂ ਹੀ ਸਮਝਾਂਗੇ। ਬਿਲਕੁਲ ਦੇਖੋ, ਜੇਕਰ ਅਸੀਂ ਕਹਿ ਦਿੱਤਾ ਜਾਵੇ ਕਿ ਇੱਥੇ ਏ ਲਿਖੀ ਹੋਈ ਹੈ, ਇੱਥੇ ਏ ਲਿਖੀ ਹੋਈ ਹੈ, ਇੱਥੇ ਏ, ਤਿੰਨਾਂ ਦੇ ਵਿੱਚ ਏ ਲਿਖੀ ਹੋਈ ਹੈ, ਤਾਂ ਦੇਖੋ ਬੜਾ ਈਜ਼ੀ ਹੈ, ਕਿੰਨਾ ਕੋਮਨ ਸੈਂਸ ਦਾ ਹੈ ਕਿ ਜੇਕਰ ਇਹਨਾਂ ਦੇ ਵਿੱਚ ਏ ਲਿਖਿਆ ਹੋਇਆ ਤਾਂ ਇੱਥੇ ਵੀ ਏ ਲਿਖਿਆ ਜਾਊਗਾ। ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਨੇ ਕੀ ਕੀਤਾ, ਇਹ ਪੈਟਰਨ ਕੰਪਲੀਟ ਕਰ ਲਿਆ। ਆਪਸ਼ਨ ਸਾਨੂੰ ਕੁਝ ਇਸ ਤਰੀਕੇ ਨਾਲ ਦਿੱਤੀ ਹੋਊਗੀ ਕਿ ਇੱਕ ਪੈਟਰਨ ਬਣਾ ਕੇ ਇਹਦੇ 'ਚ ਏ, ਤਾਂ ਇਹ ਆਪਸ਼ਨ ਅਸੀਂ ਸਿਲੈਕਟ ਕਰ ਦਿਆ ਕਰਾਂਗੇ। ਠੀਕ ਹੈ ਜੀ, ਇਸ ਤਰੀਕੇ ਨਾਲ ਕਰਨਾ ਹੁੰਦਾ ਹੈ। ਉਸ ਤੋਂ ਬਿਨਾਂ ਜੇਕਰ ਅਸੀਂ ਗੱਲ ਕਰੀਏ ਥੋੜ੍ਹਾ ਜਿਹਾ ਹੁਣ ਕੰਪਲੀਕੇਟ ਕਿਸ ਤਰ੍ਹਾਂ ਬਣਾ ਸਕਦੇ ਨੇ ਇਹ ਤਾਂ ਅਸੀਂ ਕੁਝ ਜ਼ਿਆਦਾ ਹੀ ਈਜ਼ੀ ਲੈ ਲਿਆ ਸੀ। ਦੇਖੋ ਜੀ, ਹੁਣ ਪੈਟਰਨ ਸਾਨੂੰ ਇਸ ਤਰੀਕੇ ਨਾਲ ਬਣਾਇਆ ਹੋ ਸਕਦਾ ਹੈ। ਜਿਵੇਂ ਇੱਥੇ ਤੋਂ ਅਸੀਂ ਇੱਕ ਰੇਖਾ ਇੱਥੇ ਲੈ ਲਈ ਇਸ ਤਰੀਕੇ ਨਾਲ। ਠੀਕ ਹੈ, ਤਾਂ ਹੁਣ ਦੇਖੋ ਸਾਨੂੰ ਜਦ ਅਸੀਂ ਇਸ ਪੈਟਰਨ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡ ਕੇ ਦੇਖਦੇ ਹਾਂ, ਉਸ ਤੋਂ ਬਾਅਦ ਦੇਖੋ ਸਾਨੂੰ ਕੀ ਪਤਾ ਲੱਗਿਆ ਵੀ ਇਸ ਭਾਗ ਦੇ ਵਿੱਚ ਅਤੇ ਇਸ ਭਾਗ ਦੇ ਵਿੱਚ ਅਤੇ ਇਸ ਭਾਗ ਦੇ ਵਿੱਚ ਇੱਕ ਲਾਈਨ ਲੰਘ ਰਹੀ ਹੈ ਇਸ ਤਰੀਕੇ ਨਾਲ। ਤਾਂ ਅਸੀਂ ਬੜਾ ਈਜ਼ੀ ਤਰੀਕੇ ਨਾਲ ਇਹਨੂੰ ਇੱਥੇ ਮੈਚ ਕਰ ਦਾਂਗੇ, ਤਾਂ ਇਹ ਸਾਡਾ ਪੈਟਰਨ ਹੈ ਜਿਹੜਾ ਉਹ ਕੰਪਲੀਟ ਹੋ ਗਿਆ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਕਰਨੇ ਹੁੰਦੇ ਨੇ। ਉਸ ਤੋਂ ਬਿਨਾਂ ਇਹ ਥੋੜ੍ਹਾ ਜਿਹਾ ਕੰਪਲੀਕੇਟ ਵੀ ਕਰ ਸਕਦੇ ਨੇ ਇਹਨੂੰ। ਦੇਖੋ ਕੰਪਲੀਕੇਟਡ ਇਸ ਤਰ੍ਹਾਂ ਬਣਾਇਆ ਜਾ ਸਕਦਾ ਵੀ ਹੋ ਸਕਦਾ ਇਹਦੇ ਵਿੱਚ ਕੋਈ ਡਿਜ਼ਾਈਨ ਦੇ ਦੇਣ ਇਸ ਤਰੀਕੇ ਨਾਲ। ਠੀਕ ਹੈ, ਕਿਉਂਕਿ ਪੈਟਰਨ ਨੂੰ ਥੋੜ੍ਹਾ ਜਿਹਾ ਇਹ ਕੰਪਲੀਕੇਟ ਵੀ ਬਣਾ ਸਕਦੇ ਨੇ, ਕੰਪਲੀਕੇਟਡ ਬਣਾ ਕੇ ਇਸ ਤਰੀਕੇ ਨਾਲ ਵਿੱਚ ਕੁਝ ਵੀ ਦੇ ਸਕਦੇ ਨੇ। ਤਾਂ ਇਹ ਇੱਕ ਨਵਾਂ ਪੈਟਰਨ ਤਿਆਰ ਹੋ ਗਿਆ। ਠੀਕ ਹੈ, ਤਾਂ ਹੁਣ ਜਦ ਅਸੀਂ ਇਸ ਪੈਟਰਨ ਨੂੰ ਕੰਪਲੀਟ ਕਰਾਂਗੇ, ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਆਪਸ਼ਨ ਸਿਲੈਕਟ ਕਰਿਆ ਕਰੋਗੇ, ਆਪਸ਼ਨ ਸਿਲੈਕਟ ਕਰਨ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ, ਇਹ ਜੋ ਦਿੱਤਾ ਹੁੰਦਾ ਇਸ ਨੂੰ ਕੰਪਲੀਟ ਕਰ ਲੈਣਾ ਤੁਸੀਂ ਇਸ ਤਰੀਕੇ ਨਾਲ ਹੀ। ਦੇਖੋ ਪਹਿਲਾਂ ਤਾਂ ਅਸੀਂ ਜਿਹੜੀ ਸਭ ਤੋਂ ਬਾਹਰ ਲਾਈਨ ਹੈ ਇਹਦੇ ਵਿੱਚ ਵੀ ਬਾਹਰ ਲਾਈਨ ਲੱਗੀ ਹੋਈ ਹੈ, ਇਹਦੇ ਵਿੱਚ ਵੀ, ਇਹਦੇ ਵਿੱਚ ਵੀ, ਤਾਂ ਇੱਥੇ ਅਸੀਂ ਇਹ ਇੱਕ ਬਾਹਰ ਲਾਈਨ ਲਗਾਵਾਂਗੇ। ਠੀਕ ਹੈ ਜੀ, ਲੱਗ ਗਿਆ। ਉਸ ਤੋਂ ਬਾਅਦ ਇਹ ਜੋ ਵਿਚਕਾਰ ਹੈ ਸੈਂਟਰ ਹੈ, ਇਹ ਇੱਥੇ ਤੋਂ ਸਟਾਰਟ ਹੋ ਕੇ ਇੱਕ ਲਾਈਨ ਜਾ ਰਹੀ ਹੈ ਇਸ ਤਰੀਕੇ ਨਾਲ। ਠੀਕ ਹੈ, ਇਹ ਨਾਲ ਨਹੀਂ ਮਿਲਿਆ ਨਹੀਂ, ਕਈ ਵਾਰ ਆਪਸ਼ਨ ਦੇ ਵਿੱਚ ਦਿੱਤਾ ਹੋ ਸਕਦਾ ਵੀ ਉੱਥੇ ਮੈਚ ਕੀਤਾ ਹੋਵੇ। ਬਰੀਕ ਚੀਜ਼ਾਂ ਦਾ ਵੀ ਸਾਨੂੰ ਧਿਆਨ ਰੱਖਣਾ ਪਿਆ ਕਰੇਗਾ। ਬਾਕੀ ਜਦੋਂ ਅਸੀਂ ਸਵਾਲਾਂ ਦੀ ਇਸ ਤਰੀਕੇ ਨਾਲ ਪੈਟਰਨ ਤਿਆਰ ਕਰਕੇ ਜੋ ਫਿਗਰਸ ਬਣੇ ਹੋਣਗੇ ਉਹਨਾਂ ਦੀ ਰਿਵੀਜ਼ਨ ਕਰਾਂਗੇ ਤਾਂ ਤੁਹਾਨੂੰ ਇਹ ਕਨਸੈਪਟ ਵੀ ਸਮਝ ਆ ਜਾਵੇਗਾ। ਉਸ ਤੋਂ ਬਾਅਦ ਇੱਥੇ ਤੋਂ ਸਟਾਰਟ ਕਰਕੇ ਇੱਕ ਇੱਥੇ ਗਈ ਹੋਈ ਲਾਈਨ ਇੱਕ ਇਸ ਤਰ੍ਹਾਂ, ਤਾਂ ਇਹਦੇ ਵਿੱਚ ਵੀ ਅਸੀਂ ਕਾਪੀ ਹੀ ਕਰਨੀ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਇਹ ਸਾਡਾ ਆਨਸਰ ਹੈ, ਇਹ ਜੋ ਅਸੀਂ ਨੇ ਚੌਥਾਈ ਪੂਰੀ ਕੀਤੀ ਹੈ 1/4 ਭਾਗ ਇਹਦਾ ਕੰਪਲੀਟ ਕੀਤਾ, ਇਹ ਸਾਡਾ ਆਨਸਰ ਹੈ। ਤਾਂ ਇਸ ਤਰੀਕੇ ਨਾਲ ਅਸੀਂ ਨੇ ਪੈਟਰਨ ਕੰਪਲੀਸ਼ਨ ਦੇ ਇਹ ਜਿਹੜੇ ਸਵਾਲ ਨੇ ਉਹ ਸਭ ਕਰਨੇ ਨੇ। ਉਸ ਤੋਂ ਬਿਨਾਂ ਹੁਣ ਤੁਹਾਨੂੰ ਦੱਸ ਦਿੰਦਾ ਕਿ ਇਹ ਪੈਟਰਨ ਕਿਸ ਬੇਸ 'ਤੇ ਹੱਲ ਕਰਨਾ ਪੈ ਸਕਦਾ ਤੁਹਾਨੂੰ। ਤਾਂ ਇਸ ਨੂੰ ਹੱਲ ਕਰਨ ਦੇ ਤਰੀਕੇ ਕਈ ਹੋ ਸਕਦੇ ਨੇ। ਵੈਸੇ ਜ਼ਿਆਦਾਤਰ ਜੋ ਸਵਾਲ ਪਾਉਂਦੇ ਨੇ ਉਹ 2-3 ਤਰੀਕੇ ਨਾਲ ਪਾਉਂਦੇ ਨੇ। ਦੇਖੋ ਜੀ, ਇਹ ਇੱਕ ਸਾਨੂੰ ਪੈਟਰਨ ਦਿੱਤਾ ਹੋਇਆ ਜਿਹਨੂੰ ਅਸੀਂ ਮੁੱਖ ਤੌਰ 'ਤੇ 4 ਭਾਗਾਂ ਦੇ ਵਿੱਚ ਵੰਡ ਲਿਆ ਕਰੋ। ਠੀਕ ਹੈ, ਕਿਉਂਕਿ ਇਹ 3 ਹਿੱਸੇ ਸਾਨੂੰ ਕੰਪਲੀਟ ਕਰਕੇ ਦਿਆ ਕਰਨਗੇ, ਉਸ ਤੋਂ ਬਾਅਦ ਚੌਥਾ ਹਿੱਸਾ ਅਸੀਂ ਨੇ ਕੰਪਲੀਟ ਕਰਨਾ ਹੁੰਦਾ। ਤਾਂ ਦੇਖੋ ਜੀ, ਇਹਦਾ ਤਰੀਕਾ ਕੀ ਹੁੰਦਾ ਹੈ, ਹੋ ਸਕਦਾ ਵੀ ਜੋ ਚੀਜ਼ ਇੱਥੇ ਹੈ, ਠੀਕ ਹੈ, ਜੋ ਚੀਜ਼ ਇੱਥੇ ਹੈ ਉਹੀ ਚੀਜ਼ ਇਸ ਸਾਈਡ 'ਤੇ ਬਣਾਉਣੀ ਹੋਵੇ। ਭਾਵ ਸਮਮਿਤੀ ਰੇਖਾ ਹੁੰਦੀ ਸੀ ਨਾ, ਜਿਵੇਂ
ਸਮਮਿਤੀ ਰੇਖਾ ਖਿੱਚਦੇ ਹੁੰਦੇ ਅਸੀਂ, ਭਾਵ ਸਮੀਟ੍ਰਿਕ ਲਾਈਨ ਹੁੰਦੀ ਹੈ ਜਿਹੜੀ, ਉਹ ਕੀ ਕਰਦੀ ਹੁੰਦੀ ਹੈ ਵੀ ਜੋ ਚੀਜ਼ ਇਸ ਸਾਈਡ ਤੇ ਦਿਖਾਈ ਦੇ ਰਹੀ ਹੈ ਸਾਨੂੰ ਉਹ ਚੀਜ਼ ਉਸ ਸਾਈਡ ਤੇ ਬਣੇ। ਦੇਖੋ ਜੇ ਮੰਨ ਕੇ ਚਲੋ ਇੱਥੇ ਤੋਂ ਸਾਨੂੰ ਇਸ ਤਰ੍ਹਾਂ ਦਾ ਪੈਟਰਨ ਬਣ ਰਿਹਾ ਕੁਛ, ਠੀਕ ਹੈ, ਤਾਂ ਇਹ ਦੇਖੋ ਅਸੀਂ ਕੋਮਨ ਸੈਂਸ ਦੇ ਨਾਲ ਹੀ ਸਮਝ ਗਏ ਵੀ ਜੋ ਪੈਟਰਨ ਇੱਥੇ ਬਣ ਰਿਹਾ ਹੈ, ਦੇਖੋ ਮੰਨ ਕੇ ਚਲੋ ਇੱਥੇ ਤੋਂ ਵੀ ਇਸ ਤਰ੍ਹਾਂ ਦਿੱਤਾ ਹੋ ਸਕਦਾ ਸੀ, ਠੀਕ ਹੈ, ਤਾਂ ਹੁਣ ਸਾਨੂੰ ਪਤਾ ਲੱਗ ਗਿਆ ਜੋ ਚੀਜ਼ ਇੱਥੇ ਤੋਂ ਬਣ ਰਹੀ ਹੈ ਇੱਥੇ ਤੋਂ ਇਹਦੀ ਸਮੀਟਰੀ ਕਰਤੀ, ਠੀਕ ਹੈ, ਸਮੀਟ੍ਰਿਕ ਲਾਈਨ ਫਾਈਂਡ ਕਰ ਲਈ। ਤਾਂ ਜੋ ਚੀਜ਼ ਇਸ ਸਾਈਡ ਤੇ ਬਣ ਰਹੀ ਹੈ ਉਹੀ ਚੀਜ਼ ਇਸ ਸਾਈਡ ਤੇ ਬਣੀ, ਕਿਵੇਂ ਇਹ ਲਾਈਨ ਇੱਥੇ ਤੋਂ ਪੂਰੀ ਹੋ ਗਈ ਤਾਂ ਇਹ ਲਾਈਨ ਨੂੰ ਅਸੀਂ ਇੱਥੇ ਤੋਂ ਪੂਰੀ ਕਰ ਦਾਂਗੇ, ਇਹਦੇ ਨਾਲ ਮੈਚ ਕਰਤੀ, ਠੀਕ ਹੈ। ਜੋ ਲਾਈਨ ਇੱਥੇ ਤੋਂ ਸਟਾਰਟ ਹੋਈ ਸੀ ਇਸ ਤਰ੍ਹਾਂ ਪੂਰੀ ਕਰਤੀ, ਤਾਂ ਇਹ ਪੈਟਰਨ ਕੰਪਲੀਟ ਹੋ ਗਿਆ। ਤਾਂ ਇਸ ਤਰੀਕੇ ਨਾਲ ਅਸੀਂ ਇੱਕ ਤਾਂ ਸਮਮਿਤੀ ਰੇਖਾ ਦੇ ਬੇਸਡ ਸਵਾਲ ਹੱਲ ਕਰ ਸਕਦੇ ਹਾਂ। ਉਸ ਤੋਂ ਬਿਨਾਂ ਇਹ ਇੱਕ ਸਾਨੂੰ ਰਿਵਰਸ ਫਾਰਮ ਵੀ ਦੇ ਸਕਦੇ ਨੇ ਕਈ ਵਾਰ, ਠੀਕ ਹੈ, ਜਿਵੇਂ ਇਹ ਅਸੀਂ ਇੱਕ ਸਵਾਲ ਲੈ ਲਿਆ, ਇੱਕ ਪੈਟਰਨ ਲੈ ਲਿਆ, ਇਹਦੀ ਇਹ ਕਈ ਵਾਰ ਰਿਵਰਸ ਫਾਰਮ ਵੀ ਬਣਾ ਕੇ ਦਿੱਤੀ ਹੋ ਸਕਦੀ ਹੈ ਸਾਨੂੰ ਪੇਪਰ ਦੇ ਵਿੱਚ। ਦੇਖੋ ਕਿਸ ਤਰੀਕੇ ਨਾਲ, ਮੰਨ ਕੇ ਚੱਲੋ ਇਹ ਕੰਪਲੀਟ ਪੈਟਰਨ ਸੀ ਅਤੇ ਇਹਨੂੰ 4 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ, 1/4 ਕੀਤਾ ਹੋਇਆ ਇਹਦਾ। ਇਹ ਹਰੇਕ ਭਾਗ ਹੈ ਜਿਹੜਾ ਉਹ ਇਕਸਿਆਰ ਹੈ, ਇਕੁਅਲ ਹੈ। ਤਾਂ ਇੱਥੇ ਤੋਂ ਕਈ ਵਾਰ ਰਿਵਰਸ ਫਾਰਮ ਇਸ ਤਰ੍ਹਾਂ ਬਣਾਈ ਹੋ ਸਕਦੀ ਹੈ ਵੀ ਇਹਦੀ ਇੱਥੇ ਤੋਂ ਇਸ ਤਰ੍ਹਾਂ ਪੈਟਰਨ ਬਣ ਗਿਆ, ਇੱਥੇ ਤੋਂ ਪੈਟਰਨ ਸੀ ਜਿਹੜਾ ਇਸ ਤਰ੍ਹਾਂ ਬਣ ਗਿਆ, ਠੀਕ ਹੈ, ਭਾਵ ਇਹਦੇ ਆਪੋਜਿਟ, ਇਹਦਾ ਆਪੋਜਿਟ ਸਾਈਡ ਇਹ ਹੈ, ਠੀਕ ਹੈ। ਜੋ ਪੈਟਰਨ ਇੱਥੇ ਹੈ ਉਹੀ ਪੈਟਰਨ ਇੱਥੇ ਬਣਦਾ ਹੋਵੇ, ਜੋ ਪੈਟਰਨ ਇੱਥੇ ਬਣਿਆ ਹੋ ਸਕਦਾ ਉਸ ਪੈਟਰਨ ਸਾਨੂੰ ਇੱਥੇ ਬਣਾਉਣਾ ਪਵੇ ਇਸ ਤਰੀਕੇ ਨਾਲ, ਠੀਕ ਹੈ। ਇਹ ਥੋੜ੍ਹਾ ਜਿਹਾ ਆਪੋਜਿਟ ਹੋ ਗਿਆ ਇਸ ਤਰ੍ਹਾਂ, ਠੀਕ ਹੈ, ਇਸ ਤਰ੍ਹਾਂ। ਤਾਂ ਇਸ ਤਰ੍ਹਾਂ ਰਿਵਰਸ ਫਾਰਮ ਵੀ ਬਣਾ ਕੇ ਦੇ ਸਕਦੇ ਨੇ, ਭਾਵ ਉਹਦੀ ਕਈ ਵਾਰ ਸਮਮਿਤੀ ਰੇਖਾ ਇਸ ਤਰੀਕੇ ਨਾਲ ਵੀ ਫਾਈਂਡ ਹੋ ਸਕਦੀ ਹੈ। ਕਹਿਣ ਦਾ ਭਾਵ ਸਾਡਾ ਇਹ ਸੀ ਵੀ ਹੋ ਸਕਦਾ ਇਸ ਤਰੀਕੇ ਨਾਲ ਫਾਈਂਡ ਹੋਵੇ ਵੀ ਜੋ ਚੀਜ਼ ਇਸ ਸਾਈਡ 'ਤੇ ਹੋਵੇ, ਜੋ ਚੀਜ਼ ਉੱਪਰ ਬਣ ਰਹੀ ਹੈ ਉਹ ਚੀਜ਼ ਨੀਚੇ ਬਣ ਰਹੀ ਹੋਵੇ, ਭਾਵ ਸਮਮਿਤੀ ਰੇਖਾ ਇਹਨੂੰ ਵੀ ਮੰਨ ਸਕਦੇ ਨੇ, ਇਹਨੂੰ ਵੀ ਹੋ ਸਕਦਾ ਵੀ ਸਮਮਿਤੀ ਰੇਖਾ ਇੱਥੇ ਤੋਂ ਬਣਾਈ ਗਈ ਹੋਵੇ। ਰਿਵਰਸ ਫਾਰਮ ਕਹਿਣ ਦਾ ਭਾਵ ਸਾਡਾ ਇਹ ਸੀ, ਠੀਕ ਹੈ, ਭਾਵ ਜੋ ਚੀਜ਼ ਦੇਖੋ ਇੱਥੇ ਇਹ ਸੇਮ, ਜੋ ਚੀਜ਼ ਇੱਥੇ ਸੀ ਉਹਦਾ ਆਪੋਜਿਟ ਇੱਥੇ, ਠੀਕ ਹੈ। ਇਸ ਤਰ੍ਹਾਂ ਆਪੋਜਿਟ ਫਾਰਮ ਦੇ ਵਿੱਚ ਵੀ ਦੇ ਸਕਦੇ ਨੇ। ਸੋ ਇਹ ਇਹਦੇ ਕੁਛ ਟਾਈਪਸ ਨੇ, ਇਹਨਾਂ ਟਾਈਪਸ ਦੇ ਬੇਸ 'ਤੇ ਅਸੀਂ ਇਹ ਪੈਟਰਨ ਨੇ ਜਿਹੜਾ ਉਹ ਹੱਲ ਕਰਾਂਗੇ। ਹੁਣ ਅਸੀਂ ਕੁਝ ਸਵਾਲਾਂ ਦੀ ਪ੍ਰੈਕਟਿਸ ਕਰਦੇ ਹਾਂ ਜੋ ਈਜ਼ੀ ਨੇ, ਵੱਡੇ ਬੇਸਿਕਸ ਨੇ, ਠੀਕ ਹੈ। ਉਸ ਤੋਂ ਬਾਅਦ ਅਸੀਂ ਥੋੜ੍ਹੇ ਜਿਹੇ ਟਫ ਲੈਵਲ ਦੇ, ਠੀਕ ਹੈ, ਜਿਸ ਤਰ੍ਹਾਂ ਦੇ ਜ਼ਿਆਦਾਤਰ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਨੇ ਉਸ ਲੈਵਲ ਦੇ ਵੀ ਅਸੀਂ ਸਵਾਲ ਕਰਾਂਗੇ। ਇਹ ਜੋ ਅੱਜ ਅਸੀਂ ਸਵਾਲ ਕਰਾਂਗੇ ਬੇਸਿਕ ਨੇ, ਤਾਂ ਕਿ ਤੁਹਾਨੂੰ ਪੈਟਰਨ ਜਿਹੜਾ ਉਹ ਕੰਪਲੀਟ ਕਰਨਾ ਆ ਜੇ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਵੱਡਾ ਈਜ਼ੀ ਸਵਾਲ ਲੈਂਦੇ ਇੱਕ, ਜੋ ਫਸਟ ਸਵਾਲ ਹੈ। ਦੇਖੋ ਜੀ, ਇੱਕ ਪੈਟਰਨ ਲੈ ਲਿਆ ਅਸੀਂ ਨੇ, ਇਹਦੇ ਵਿੱਚ ਸਾਨੂੰ ਡਾਇਰੈਕਟ ਇਸ ਤਰੀਕੇ ਨਾਲ ਐਰੋ ਲੱਗੇ ਹੋਏ ਨੇ, ਠੀਕ ਹੈ ਜੀ, ਐਰੋਸ ਲੱਗੇ ਹੋਏ ਨੇ ਇਹਦੇ ਵਿੱਚ। ਤਾਂ ਦੇਖੋ ਇਹ ਤਾਂ ਕੋਮਨ ਸੈਂਸ ਦਾ ਸਵਾਲ ਹੈ, ਬਿਲਕੁਲ ਈਜ਼ੀ। ਇਸ ਭਾਗ ਦੇ ਵਿੱਚ ਕੀ ਹੈ, ਐਰੋ ਜਾ ਰਿਹਾ ਸੈਂਟਰ ਵੱਲ ਨੂੰ, ਇਸ ਦੇ ਵਿੱਚ ਵੀ ਐਰੋ ਜਿਹੜਾ ਸੈਂਟਰ ਵੱਲ ਨੂੰ ਜਾ ਰਿਹਾ ਹੈ, ਇਹਦੇ ਵਿੱਚ ਵੀ ਜੋ ਐਰੋ ਹੈ ਉਹ ਸੈਂਟਰ ਵੱਲ ਨੂੰ ਜਾ ਰਿਹਾ ਹੈ। ਤਾਂ ਇਹਦੇ ਵਿੱਚ ਵੀ ਜਿਹੜਾ ਐਰੋ ਹੋਏਗਾ ਉਹ ਅਸੀਂ ਸੈਂਟਰ ਵੱਲ ਨੂੰ ਭੇਜਾਂਗੇ। ਤਾਂ ਸਾਡਾ ਆਨਸਰ ਕੀ ਹੋ ਜਾਏਗਾ, ਜਿਹੜਾ ਫੋਰਥ ਹਿੱਸਾ ਹੈ ਉਹ ਕੁਝ ਇਸ ਤਰੀਕੇ ਨਾਲ ਬਣਨਾ ਚਾਹੀਦਾ। ਇਹ ਅਸੀਂ ਆਨਸਰ ਭਰ ਦੇਵਾਂਗੇ, ਠੀਕ ਹੈ। ਇਸ ਤਰੀਕੇ ਨਾਲ ਅਸੀਂ ਇਹ ਸਵਾਲ ਹੱਲ ਕਰਨਾ ਸੀ। ਉਸ ਤੋਂ ਬਾਅਦ ਇੱਕ ਪੈਟਰਨ ਅਸੀਂ ਹੋਰ ਦੇਖਦੇ ਹਾਂ। ਦੇਖੋ ਜੀ, ਸਾਨੂੰ ਬਾਕਸ ਦਿੱਤਾ ਗਿਆ ਇੱਕ ਇਸ ਤਰੀਕੇ ਨਾਲ, ਇਹਦੇ ਵਿੱਚ ਪੈਟਰਨ ਕੁਝ ਇਸ ਤਰੀਕੇ ਨਾਲ ਬਣਾਇਆ ਗਿਆ ਹੈ, ਇੱਥੇ ਤੋਂ ਸਟਾਰਟ ਕਰਕੇ ਇਸ ਤਰੀਕੇ ਨਾਲ। ਵੈਸੇ ਇਹਦੇ ਨਾਲ ਸਵਾਲ ਹੋ ਵੀ ਗਏ, ਇੱਥੇ ਤੋਂ ਇਸ ਤਰ੍ਹਾਂ ਇੱਕ ਸ਼ੇਪ ਦਿੱਤੀ ਗਈ ਹੈ। ਤਾਂ ਹੁਣ ਦੇਖੋ ਇਹਦੇ ਵਿੱਚ ਸਾਨੂੰ 3 ਭਾਗ ਨੇ ਜਿਹੜੇ ਉਹ ਕੰਪਲੀਟ ਕਰਕੇ ਦਿੱਤੇ ਹੋਏ ਨੇ। ਫੋਰਥ ਭਾਗ ਹੈ ਜਿਹੜਾ ਇਹਦਾ 1/4 ਹੈ ਉਹ ਅਸੀਂ ਨਹੀਂ ਕੰਪਲੀਟ ਕਰਨਾ ਹੈ, ਠੀਕ ਹੈ। ਤਾਂ ਇੱਥੇ ਜੋ ਚੀਜ਼ ਬਣ ਰਹੀ ਹੈ ਇੱਥੇ ਬਣ ਰਹੀ ਹੈ, ਇੱਥੇ ਬਣ ਰਹੀ ਹੈ, ਉਹਦਾ ਹੀ ਉਸੇ ਤਰੀਕੇ ਨਾਲ ਇੱਥੇ ਬਣਨੀ ਚਾਹੀਦੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹ ਪੈਟਰਨ ਨੂੰ ਕੰਪਲੀਟ ਕਰਿਆ ਕਰੋ, ਇੱਥੇ ਤੋਂ ਸਟਾਰਟ ਕਰਕੇ ਇੱਥੇ। ਹੋਰ ਕੀ ਸੀ ਇਹਦੇ ਵਿੱਚ, ਇੱਕ ਸ਼ੇਪ ਇੱਥੇ ਇਨਵੋਲਵ ਕੀਤੀ ਗਈ ਸੀ, ਕਰਤੀ। ਤਾਂ ਇਸ ਤਰੀਕੇ ਨਾਲ ਸਾਡਾ ਆਨਸਰ ਕੀ ਬਣ ਗਿਆ, ਇਹ, ਠੀਕ ਹੈ। ਇੱਕ ਤਾਂ ਇੱਥੇ ਚੱਕਰ ਲਗਾਤਾ, ਉਸ ਤੋਂ ਬਿਨਾਂ ਇੱਥੇ ਇਹ ਲਾਈਨ ਲਗਾਤੀ। ਇਹ ਅਸੀਂ ਆਨਸਰ ਦੇ ਵਿੱਚੋਂ ਸਿਲੈਕਟ ਕਰ ਲੈਣਾ, ਠੀਕ ਹੈ। ਤਾਂ ਇਹ ਸਾਡਾ ਰਾਈਟ ਆਨਸਰ ਹੈ, ਇਹ ਸਾਰਾ ਬਾਕਸ, ਠੀਕ ਹੈ। ਇਹ ਅਸੀਂ ਸਿਲੈਕਟ ਕਰਨਾ ਹੁੰਦਾ ਹੈ। ਸੋ ਇਸ ਤਰੀਕੇ ਨਾਲ ਅਸੀਂ ਇਹ ਪੈਟਰਨ ਕੰਪਲੀਟ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਕੁਝ ਹੋਰ ਸਵਾਲਾਂ ਦੀ ਪ੍ਰੈਕਟਿਸ ਕਰਦੇ ਹਾਂ। ਜਿਵੇਂ ਕਿ ਦੇਖੋ ਜੀ, ਸਾਨੂੰ ਅਗਲੇ ਵਿੱਚ ਪੈਟਰਨ ਜਿਹੜਾ ਉਹ ਥੋੜ੍ਹਾ ਜਿਹਾ ਹੋਰ ਕੰਪਲੀਕੇਟ ਕਰਤਾ ਇਹਨਾਂ ਨੇ। ਜਿਵੇਂ ਕਿ ਥਰਡ ਹੈ ਜੀ, ਇਸ ਤਰੀਕੇ ਨਾਲ ਇੱਕ ਬਾਕਸ ਲੱਗਿਆ ਹੋਇਆ ਸੀ। ਇਸ ਬਾਕਸ ਨੂੰ 4 ਭਾਗਾਂ ਦੇ ਵਿੱਚ ਇਹਨਾਂ ਨੇ ਵੰਡਿਆ ਹੋਇਆ। ਉਸ ਤੋਂ ਬਾਅਦ ਇੱਥੇ ਤੋਂ ਕੰਪਲੀਕੇਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰੀਕੇ ਨਾਲ, ਠੀਕ ਹੈ ਜੀ। ਇਸ ਤਰੀਕੇ ਨਾਲ ਕੰਪਲੀਕੇਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨੂੰ। ਉਸ ਤੋਂ ਬਾਅਦ ਇੱਥੇ ਤੋਂ ਮੈਚ ਕੀਤਾ ਗਿਆ ਇੱਥੇ, ਠੀਕ ਹੈ। ਤਾਂ ਹੁਣ ਦੇਖੋ, ਸਭ ਤੋਂ ਪਹਿਲਾਂ ਅਸੀਂ ਕੀ ਸਮਝਿਆ ਵੀ ਜੋ ਚੀਜ਼ ਇੱਥੇ ਬਣ ਰਹੀ ਹੈ ਉਹਦਾ ਹੀ ਆਪੋਜਿਟ ਇੱਥੇ ਬਣ ਰਿਹਾ ਹੈ।
ਉਹਦਾ ਹੀ ਓਪੋजिट ਇੱਥੇ ਮੀਨਸ ਕੋਰਨਰ ਤੋਂ ਕੋਈ ਚੀਜ਼ ਸਟਾਰਟ ਹੋ ਕੇ ਇਹਦੇ ਹਾਫ ਤੱਕ ਜਾ ਰਹੀ ਹੈ, ਇੱਥੇ ਮੈਚ ਕਰ ਰਹੀ ਹੈ, ਭਾਵੇਂ ਇੱਥੇ ਤੋਂ ਸਟਾਰਟ ਕਰਕੇ ਕੋਰਨਰ 'ਚ ਪਹੁੰਚਾ ਦਾਂਗੇ ਅਸੀਂ। ਠੀਕ ਹੈ, ਤਾਂ ਇਹ ਜੋ ਸਾਡਾ फोर्थ भाग बने 1/4 ਇਹ ਸਾਡਾ उत्तर है। ठीक है, इस तरीके नाल जो बने ये असीं ऑप्शन दे विचों इस तरह सिलेक्ट कर लेना हैगा। तो इस तरीके नाल असीं ये पैटर्न कंप्लीशन के सवाल कंप्लीट कर सकते हैं। उस तो बाद असीं अगला जो पैटर्न हल करते हैं, अगला जो पैटर्न है सानू कुछ इस तरीके नाल दिता गया है। पैटर्न लगभग सेम रहंदे ने बॉक्स तां। ठीक है, उस तो बिना इत्थे एक शेप बनाती, इत्थे बना दी गई, इत्थे बनाती शेप। उस तो बाद इत्थे तो ये लाइन मैच कर दी गई। हुण देखो सब तो पहलां तां असीं इहनूं समझना है, समझांगे किस तरीके नाल कि जिहड़े 3 भाग ने ਉਹ किस तरीके नाल फिल होए ने। पहलां तां ਇਹ लाइन इत्थे स्टार्ट होकर इत्थे तक जा रही है, तो यह लाइन भी स्टार्ट होकर अगे जाऊगी। ठीक है, उस तो बाद कॉर्नर के उत्ते इस तरीके नाल एक काट की शेप बनाई गई है। ठीक है, काट की, तो इत्थे तो असीं काट लगा देंगे। ठीक है, तो यह साडा आंसर हो गया, ये सारा बॉक्स। ऑप्शन के विचों असीं इस तरह की जो शेप बनी होएगी उन्होंने असीं सिलेक्ट कर लेना है। तो इस तरीके नाल असीं ये पैटर्न कंप्लीट कर सकते सी। उस तो बाद असीं अगला सवाल करते हैं इस पैटर्न कंप्लीशन का। जो 5वां सवाल है जी कुछ इस तरीके नाल दिता गया है। चार भागों के विच इहनूं वंड के उस तो बाद इत्थे रेखा लगाई गई है एक, इत्थे तो कुछ इस तरह की शेप बनाई गई है। हुण देखो जी इस पैटर्न नूं हल करने के लिए सेम तरीका है, सेम वे है। असीं की करना पहला समझना है कि 3 भाग किस तरह के ने। सब तो पहला तो जिहड़ा ये एरो बन रहा है, एरो ये सेंटर के वल नूं इहदा फेस है। ठीक है, तो इत्थे ये लाइन कंप्लीट करांगे असीं, पहला लाइन कंप्लीट कर ली। उस तो बाद सेंटर वल नूं फेस करना इहदा इस तरीके नाल। ठीक है, तो ये साडा पैटर्न कंप्लीट हो गया। तो इत्थे तो असीं ये चीज़ जिहड़ी ये साडा आंसर है। ऑप्शन दे विच कुछ इस तरीके नाल दिता होएगा। ठीक है जी, लाइन बना के हौली हौली असीं ऑप्शनल बेस्ड सवाल भी लैके आवांगे MCQ टाइप। ठीक है, वो आने वाले समय के जो इस टॉपिक दियां आने वाले समय के जो वीडियोस मिलणगीਆਂ तुहानूं चैनल के उत्ते उन्हां दे विच असीं डायरैक्ट ऑप्शनां भी तुहानूं लैके आवांगे। ठीक है, तो ये ज़्यादातर साडा मोटिव ये सी कि तुसीं समझ सको भी पैटर्न किस तरीके नाल कंप्लीट करना है। ठीक है, क्योंकि ये ऑप्शनां तुहानूं देखण दी भी लोड़ पिया करनी, या तुसीं पैटर्न ही इत्थे कंप्लीट कर लिया। सो तुसीं पैटर्न कंप्लीट करना सीखो, ऑप्शनां ने जिहड़ियां तुसीं खुद बनाउणियां सीख जाओगे। ठीक है, जद असीं पैटर्न कंप्लीट कर लैंदे आ तो असीं ऑप्शन देखते हैं तो एकदम ऑप्शन लभ जाती है। बट जेकर असीं पहलां ही ऑप्शन देख लिया तो उत्थे किते ना किते असीं कन्फ्यूज हो जाने आ पैटर्न कंप्लीट करने वेले। ठीक है, उस तो बाद असीं करते हैं अगला सवाल। जो 6वां सवाल है कुछ इस तरीके नाल दिता गया है। इत्थे तो इहनूं 4 भागों दे विच वंड के इत्थे तो बनाती एक लाइन इस तरह, एक लाइन इस तरह, एक इत्थे तो देखो जी यह एक भाग यह है, एक भाग यह है, एक भाग यह है, 3 भाग बने पे ने। तो देखो इत्थे तो कोई चीज़ स्टार्ट होकर इत्थे आ रही, भाव यही लाइन नूं असीं इस तरह वधा सकते हैं अगे, तो यही लाइन नूं असीं अगे वधाया इस तरह। ठीक है, उस तो बाद ये लाइन सी इनू अगे वधाया इस तरह, तो यही साडा आंसर बन गया। ठीक है जी, ऑप्शन के सानू कुछ इस तरीके नाल दिता होएगा। ठीक है, इस तरह तो इनू असीं सिलेक्ट कर लवांगे। इस तरीके नाल साडा ये जिहड़ा पैटर्न है कंप्लीट हो चुका है। 6वां सवाल से ये। उस तो बाद असीं अगला सवाल करते हैं। अगला सवाल है जी 7वां। ਇਹਦੇ ਵਿੱਚ पैटर्न कुछ इस तरीके नाल दिते गए ने। उस तो बाद इत्थे एक डॉट लगाया गया, एक बिंदु शो किया गया। तो इस पैटर्न को असीं कंप्लीट करना। 3 तो सानूं दिते हुए ने भाग, चौथा भाग जिहड़ा 1/4 है वो असीं कंप्लीट करांगे। तो देखो जी पहलां तो ये लाइन नूं इत्थे मिलावांगे, क्योंकि यही लाइन इत्थे तो मिल रही है, इत्थे
ਤਾਂ ਇਸ ਨੂੰ ਅਸੀਂ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ। ਉਸ ਤੋਂ ਬਾਅਦ ਇਹਨੂੰ ਕੰਪਲੀਟ ਕਰ ਲਿਆ ਸੀ ਨਹੀਂ ਇਸ ਤਰੀਕੇ ਨਾਲ। ਉਸ ਤੋਂ ਬਾਅਦ ਇਹਦੇ ਵਿਚਕਾਰ ਜਿਹੜੀ ਵਿੱਚ ਵਾਲੀ ਲਾਈਨ ਹੈ ਇਹਦੇ ਵਿੱਚ ਡਾਟ ਲੱਗਿਆ ਹੋਇਆ ਤਾਂ ਡਾਟ ਲਗਾ ਲਿਆ। ਆਪਸ਼ਨ ਦੇ ਵਿੱਚ ਜੋ ਚੀਜ਼ ਇਸ ਤਰੀਕੇ ਨਾਲ ਦਿੱਤੀ ਹੋਈ ਇਸ ਤਰ੍ਹਾਂ ਕੁਛ, ਠੀਕ ਹੈ, ਇਹਦੇ ਉੱਤੇ ਡਾਟ ਲੱਗਿਆ ਹੋਇਆ ਤਾਂ ਇਹ ਅਸੀਂ ਸਿਲੈਕਟ ਕਰ ਲਵਾਂਗੇ। ਇਹ ਸਾਡਾ ਰਾਈਟ ਆਨਸਰ ਹੈ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਇਹ ਸਵਾਲ ਅਸੀਂ ਨੇ ਕੰਪਲੀਟ ਕਰਨਾ ਸੀ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਅਗਲਾ ਸਵਾਲ। ਅਗਲਾ ਸਵਾਲ ਹੈ ਜੀ 8ਵਾਂ। ਅੱਠਵੇਂ ਸਵਾਲ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਸ਼ੇਪ ਬਣਾਈ ਗਈ ਹੈ। ਇੱਥੇ ਤੋਂ ਕੁਝ ਇਸ ਤਰ੍ਹਾਂ ਦੀ ਸ਼ੇਪ ਬਣਾਈ ਗਈ ਹੈ, ਇੱਥੇ ਤੋਂ ਇਸ ਤਰ੍ਹਾਂ ਦੀ। ਤਾਂ ਦੇਖੋ ਇਹ ਤਾਂ ਡਾਇਰੈਕਟ ਹੈ ਵੀ ਇਸ ਤਰ੍ਹਾਂ ਇੱਕ ਜਿਹੜੀ ਸ਼ੇਪ ਹੈ ਉਹ ਬਣਦੀ ਹੈ ਸੈਂਟਰ ਤੋਂ ਸਟਾਰਟ ਹੋ ਕੇ। ਭਾਵ ਸੈਂਟਰ ਤੋਂ ਸਟਾਰਟ ਹੋ ਕੇ ਅਸੀਂ ਇਸ ਤਰ੍ਹਾਂ ਲੈ ਜਾਵਾਂਗੇ, ਕਿ ਇੱਥੇ ਸਟਾਰਟ ਕਰਕੇ ਇਸ ਤਰ੍ਹਾਂ ਲੈ ਜਾਵਾਂਗੇ, ਠੀਕ ਹੈ। ਤਾਂ ਜਦ ਅਸੀਂ ਸਾਨੂੰ ਇਹ ਆਪਸ਼ਨ ਦੇ ਵਿੱਚ ਲੱਭ ਗਿਆ ਇਸ ਤਰੀਕੇ ਨਾਲ ਕੋਈ ਆਪਸ਼ਨ ਦਿੱਤੀ ਹੋਏਗੀ, ਉਹਦੇ ਵਿੱਚੋਂ ਇਹ ਚੀਜ਼ ਅਸੀਂ ਸਿਲੈਕਟ ਕਰ ਲਵਾਂਗੇ, ਠੀਕ ਹੈ ਜੀ। ਇਸ ਤਰੀਕੇ ਨਾਲ ਇਹ ਪੈਟਰਨ ਕੰਪਲੀਟ ਕਰਨਾ ਹੁੰਦਾ। ਪੈਟਰਨ ਕੰਪਲੀਟ ਦਾ ਵਾਲੀ ਈਜ਼ੀ ਰੀਜ਼ਨਿੰਗ ਹੈ ਇਹ, ਠੀਕ ਹੈ। ਇਸ ਤਰ੍ਹਾਂ ਸਵਾਲ ਦੇ ਵਿੱਚ ਤਾਂ ਫਰੀ ਦੇ ਨੰਬਰ ਹੁੰਦੇ ਨੇ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਅਗਲੇ ਸਵਾਲ ਦੀ। ਅਗਲਾ ਸਵਾਲ ਹੈ ਜਿਹੜਾ ਥੋੜ੍ਹਾ ਜਿਹਾ ਇਹ ਦਿਸ਼ਾ 'ਤੇ ਬੇਸਡ ਹੈ, ਡਾਇਰੈਕਸ਼ਨਸ ਦੇ ਉੱਤੇ ਬੇਸਡ ਹੈਗਾ। 9th ਸਵਾਲ। ਤਾਂ ਇਹਨੂੰ 4 ਭਾਗਾਂ ਦੇ ਵਿੱਚ ਵੰਡ ਕੇ ਪੈਟਰਨ ਨੂੰ ਇੱਕ ਐਰੋ ਇਸ ਡਾਇਰੈਕਸ਼ਨ ਦੇ ਵਿੱਚ ਲਗਾਇਆ ਗਿਆ, ਇੱਕ ਲਗਾਇਆ ਗਿਆ ਇਸ ਡਾਇਰੈਕਸ਼ਨ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਅਗਲਾ ਹੈ ਇਸ ਡਾਇਰੈਕਸ਼ਨ ਦੇ ਵਿੱਚ ਲਗਾਇਆ ਗਿਆ। ਤਾਂ ਸਾਨੂੰ ਇੱਥੇ ਸਮਝ ਜਾਣਾ ਚਾਹੀਦਾ ਰੀਜ਼ਨਿੰਗ ਦਾ ਭਾਵ ਹੀ ਇਹ ਹੋ ਗਿਆ ਵੀ ਅਸੀਂ ਤਰਕ ਲਗਾਉਣਾ, ਰੀਜ਼ਨ ਫਾਈਂਡ ਕਰਨਾ। ਤਾਂ ਇਹ ਇਸ ਸਾਈਡ 'ਤੇ ਹੋ ਗਿਆ। ਦੇਖੋ ਇਹ ਇਸ ਸਾਈਡ 'ਤੇ ਕੋਈ ਚੀਜ਼ ਹੈ, ਮੰਨ ਕੇ ਚਲੋ ਪਹਿਲਾਂ ਇੱਥੇ ਤੋਂ ਇਸ ਤਰ੍ਹਾਂ 'ਚ ਗਈ, ਠੀਕ ਹੈ, ਇਹ ਤੀਰ ਹੋ ਗਿਆ। ਉਸ ਤੋਂ ਬਾਅਦ ਇਸ ਤਰ੍ਹਾਂ ਆ ਗਈ, ਇਹ ਤੀਰ ਲੱਗ ਗਿਆ, ਠੀਕ ਹੈ। ਉਸ ਤੋਂ ਬਾਅਦ ਇਸ ਤਰ੍ਹਾਂ। ਤਾਂ ਇਹ ਦੇਖੋ ਕਾਮਨ ਸੈਂਸ ਹੈ ਵੀ ਜਿਹੜਾ ਅਗਲਾ ਹੋਏਗਾ ਉਹ ਉੱਪਰ ਵੱਲ ਨੂੰ ਜਾਵੇਗਾ। ਤਾਂ ਅਗਲਾ ਜਿਹੜਾ ਇਸ ਤਰੀਕੇ ਨਾਲ ਅਸੀਂ ਫਾਈਂਡ ਕਰ ਲਾਂਗੇ। ਇਹ ਸਾਡਾ ਰਾਈਟ ਆਨਸਰ ਹੋ ਗਿਆ। ਆਪਸ਼ਨ ਦੇ ਵਿੱਚੋਂ ਇਹ ਚੀਜ਼ ਸਿਲੈਕਟ ਕਰਕੇ ਆਪਸ਼ਨ ਭਰ ਦੇਣੀ ਹੈ। ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ 10ਵਾਂ ਸਵਾਲ, ਜੋ ਇਸ ਵੀਡੀਓ ਦਾ ਲਾਸਟ ਸਵਾਲ ਹੈ। ਉਸ ਤੋਂ ਬਿਨਾਂ ਜੋ ਕੁਝ ਸਵਾਲ ਹੋਣਗੇ ਵਿਦ ਆਪਸ਼ਨਸ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ ਜੀ। ਇਹ ਅਸੀਂ ਨੇ ਇੱਕ ਪੈਟਰਨ ਬਣਾ ਲਿਆ। ਇਸ ਪੈਟਰਨ ਨੂੰ ਅਸੀਂ ਨੇ ਕੰਪਲੀਟ ਕਰਨਾ ਹੈਗਾ। ਇੱਥੇ ਤੋਂ ਇਸ ਤਰ੍ਹਾਂ ਮੈਚ ਕੀਤਾ ਗਿਆ, ਠੀਕ ਹੈ। ਉਸ ਤੋਂ ਬਿਨਾਂ ਇਸ ਤਰ੍ਹਾਂ ਛੱਡਿਆ ਗਿਆ ਇੱਥੇ। ਤਾਂ ਦੇਖੋ ਜੀ ਇੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਨੇ ਕੀ ਕਰਨਾ, ਪੈਟਰਨ ਨੂੰ ਕੰਪਲੀਟ ਕਰਨਾ ਹੈਗਾ ਜੋ ਦਿੱਤਾ ਹੋਇਆ ਉਹਦੇ ਬੇਸ 'ਤੇ। ਦਿੱਤਾ ਹੋਇਆ ਕਿ ਕੁਛ ਸਾਨੂੰ ਇੱਕ ਤਾਂ ਇਹ ਭਾਗ ਦਿੱਤਾ ਹੋਇਆ, ਇੱਕ ਇਹ ਭਾਗ, ਇੱਕ ਇਹ ਭਾਗ। ਸਭ ਤੋਂ ਪਹਿਲਾਂ ਤਾਂ ਇਹ ਜੋ ਵਾਰ ਵਾਲੀ ਲਾਈਨ ਹੈ ਅਸੀਂ ਇਹਨੂੰ ਕੰਪਲੀਟ ਕਰਾਂਗੇ, ਠੀਕ ਹੈ। ਇਹ ਕਰਵ ਨੂੰ ਅਸੀਂ ਨੇ ਕੰਪਲੀਟ ਕਰ ਲਿਆ। ਉਸ ਤੋਂ ਬਾਅਦ ਜੋ ਸੈਂਟਰ ਹੈ, ਇਹ ਸੈਂਟਰ ਵੱਲ ਨੂੰ ਐਰੋਜ਼ ਲੱਗ ਰਹੇ ਨੇ ਇਸ ਸਾਈਡ ਤੋਂ, ਇਸ ਸਾਈਡ ਤੋਂ, ਇਸ ਸਾਈਡ ਤੋਂ। ਤਾਂ ਅਸੀਂ ਸੈਂਟਰ ਵੱਲ ਨੂੰ ਐਰੋ ਲਗਾ ਦੇਵਾਂਗੇ, ਠੀਕ ਹੈ। ਇੱਥੇ ਡਾਟ ਬਣਾ ਦੇਵਾਂਗੇ। ਤਾਂ ਇਸ ਤਰੀਕੇ ਨਾਲ ਆਪਸ਼ਨ ਦਿੱਤੀ ਹੋਏਗੀ ਜੋ ਸਾਨੂੰ, ਠੀਕ ਹੈ, ਇਸ ਤਰ੍ਹਾਂ ਦੀ। ਇਹ ਆਪਸ਼ਨ ਇਹ ਅਸੀਂ ਸਿਲੈਕਟ ਕਰ ਲਵਾਂਗੇ। ਇਸ ਤਰੀਕੇ ਨਾਲ ਇਹ ਪੈਟਰਨ ਅਸੀਂ ਕੰਪਲੀਟ ਕਰ ਸਕਦੇ ਹਾਂ। ਸੋ ਅੱਜ ਦੀ ਵੀਡੀਓ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਕੁਝ ਚੰਗਾ ਸਿੱਖਿਆ ਹੋਏਗਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਟੱਡੀ ਫਾਈਟਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹਦੇ ਉੱਤੇ ਅਸੀਂ ਜੋ ਰੀਜ਼ਨਿੰਗ ਦੇ ਸਾਰੇ ਟੌਪਿਕਸ ਕਵਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।